ਹੈਲੋ ਦੋਸਤੋ, ਵੈਲਕਮ ਬੈਕ ਆਵਰ YouTube ਚੈਨਲ ਸਟੱਡੀ IQ ਇਨ ਗਗਨ ਮਹਿਰਾ। ਤਾਂ ਦੋਸਤੋ, ਅੱਜ ਦਾ ਆਪਣਾ ਟੌਪਿਕ ਹੈ ਸੰਵਿਧਾਨ ਦੇ ਸਰੋਤ। ਇਹ ਆਪਣਾ ਪੋਲਿਟਿਕ ਦਾ ਦੂਸਰਾ ਟੌਪਿਕ ਹੈ। ਦੋਸਤੋ, ਜੇਕਰ ਤੁਸੀਂ ਪੰਜਾਬ ਦੇ ਕਿਸੇ ਵੀ ਐਗਜ਼ਾਮ ਦੀ ਤਿਆਰੀ ਕਰ ਰਹੇ ਹੋ ਤਾਂ ਸੰਵਿਧਾਨ ਦੇ ਸਰੋਤ ਦੇ ਵਿੱਚੋਂ ਕੁਐਸਚਨ ਪੁੱਛੇ ਹੀ ਜਾਂਦੇ ਨੇ। ਇਸ ਲਈ ਆਪਣਾ ਜੋ ਅੱਜ ਦਾ ਟੌਪਿਕ ਹੈ ਇਹ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਪੋਲਿਟੀ ਦੇ ਫਸਟ ਪਾਰਟ ਦੇ ਵਿੱਚ ਸੰਵਿਧਾਨ ਕਿਵੇਂ ਬਣਿਆ, ਇਸ ਦਾ ਗਠਨ ਕਿਵੇਂ ਹੋਇਆ, ਸਾਰੀ ਸਮਿਤੀਆਂ ਦੇ ਮੰਤਰੀ ਮੰਡਲ, ਇਹ ਸਾਰਾ ਕੁਝ ਜੋ ਐਗਜ਼ਾਮ ਦੇ ਵਿੱਚ ਕਾਫੀ ਇੰਪੋਰਟੈਂਟ ਰਹਿਣ ਵਾਲਾ ਹੈ, ਇਹ ਸਾਰਾ ਕੁਝ ਡਿਟੇਲ ਵਿੱਚ ਕਵਰ ਕਰਵਾ ਚੁੱਕਾ। ਦੋਸਤੋ, ਜੇਕਰ ਤੁਸੀਂ ਉਸ ਵੀਡੀਓ ਨੂੰ ਨਹੀਂ ਦੇਖਿਆ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਉਸ ਦਾ ਲਿੰਕ ਦੇ ਦੇਵਾਂਗਾ, ਤਾਂ ਤੁਸੀਂ ਉੱਥੇ ਜਾ ਕੇ ਉਸ ਵੀਡੀਓ ਨੂੰ ਦੇਖ ਸਕਦੇ ਹੋ। ਅਤੇ ਦੋਸਤੋ, ਜੇਕਰ ਤੁਸੀਂ ਇਸ ਕਲਾਸ ਦਾ PDF ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ, ਜਿਸ ਦਾ ਲਿੰਕ ਵੀ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗਾ। ਤਾਂ ਚਲੋ ਦੋਸਤੋ, ਅੱਜ ਦੀ ਕਲਾਸ ਸ਼ੁਰੂ ਕਰਦੇ ਹਾਂ। ਤਾਂ ਦੋਸਤੋ, ਪਹਿਲਾਂ ਆਪਾਂ ਸਮਝਦੇ ਹਾਂ ਸੰਵਿਧਾਨ ਦੇ ਸਰੋਤ ਦੇ ਬਾਰੇ ਵਿੱਚ। ਸੰਵਿਧਾਨ ਦੇ ਸਰੋਤ ਦਾ ਮਤਲਬ ਹੈ ਇਹ ਜਿਹੜਾ ਆਪਣਾ ਸੰਵਿਧਾਨ ਬਣਿਆ ਹੈ ਤਾਂ ਇਸ ਵਿੱਚ ਦੇਸੀ ਸਰੋਤ ਵੀ ਨੇ ਅਤੇ ਵਿਦੇਸ਼ੀ ਸਰੋਤ ਵੀ ਨੇ। ਦੇਸੀ ਸਰੋਤ ਮਤਲਬ ਜਦੋਂ ਤੱਕ ਭਾਰਤ ਉੱਤੇ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਅੰਗਰੇਜ਼ ਉਸ ਸਮੇਂ ਕਈ ਅਧਿਨਿਯਮ ਅਤੇ ਐਕਟ ਲੈ ਕੇ ਆਏ ਸੀ, ਤਾਂ ਭਾਰਤ ਨੇ ਉਹਨਾਂ ਐਕਟਾਂ ਨੂੰ ਵੀ ਇਸ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਹੈ। ਠੀਕ ਹੈ। ਅਤੇ ਕਈ ਵਿਦੇਸ਼ੀ ਸਰੋਤ ਵੀ ਨੇ ਜੋ ਵਿਦੇਸ਼ਾਂ ਦੇ ਸੰਵਿਧਾਨ ਤੋਂ ਲਏ ਗਏ ਨੇ, ਉਹਨਾਂ ਵਿੱਚੋਂ ਵੀ ਵਧੀਆ ਕਾਨੂੰਨਾਂ ਨੂੰ ਇਸ ਭਾਰਤ ਦੇ ਸੰਵਿਧਾਨ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਲਈ ਇਸ ਕਲਾਸ ਵਿੱਚ ਆਪਾਂ ਦੇਸ਼ੀ ਅਤੇ ਵਿਦੇਸ਼ੀ ਸਰੋਤ ਦੋਨੋਂ ਪੜ੍ਹਾਂਗੇ। ਦੁਨੀਆ ਭਰ ਦੇ ਸੰਵਿਧਾਨ ਨੂੰ ਬਰੀਕੀ ਨਾਲ ਪਰਖਣ ਤੋਂ ਬਾਅਦ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਭਾਰਤੀ ਸੰਵਿਧਾਨ ਦਾ ਮਸੌਦਾ ਤਿਆਰ ਕੀਤਾ। ਭਾਰਤੀ ਸੰਵਿਧਾਨ ਦੇ ਅਨੇਕਾਂ ਦੇਸੀ ਅਤੇ ਵਿਦੇਸ਼ੀ ਸਰੋਤ ਨੇ। ਠੀਕ ਹੈ। ਪਹਿਲਾਂ ਆਪਾਂ ਦੇਸੀ ਸਰੋਤ ਪੜ੍ਹ ਲੈਂਦੇ ਹਾਂ। ਭਾਰਤੀ ਸੰਵਿਧਾਨ ਵਿੱਚ ਸਭ ਤੋਂ ਅਧਿਕ ਪ੍ਰਭਾਵ ਭਾਰਤੀ ਸ਼ਾਸਨ ਅਧਿਨਿਯਮ 1935 ਦਾ ਹੈ। ਠੀਕ ਹੈ। ਭਾਰਤੀ ਸੰਵਿਧਾਨ ਵਿੱਚ ਲਗਭਗ 395 ਅਨੁਛੇਦਾਂ ਦੇ ਵਿੱਚੋਂ 250 ਅਨੁਛੇਦ ਨੇ ਇਹ ਇਸ ਦੇ ਵਿੱਚੋਂ ਹੀ ਲਏ ਗਏ ਨੇ। ਠੀਕ ਹੈ। ਕਿਸ ਦੇ ਵਿੱਚੋਂ ਲਏ ਗਏ ਨੇ? ਇਹ ਭਾਰਤੀ ਸ਼ਾਸਨ ਅਧਿਨਿਯਮ 1935 ਦੇ ਵਿੱਚੋਂ। ਠੀਕ ਹੈ। ਮੈਂ ਪਿਛਲੀ ਵੀਡੀਓ ਵਿੱਚ ਤੁਹਾਨੂੰ ਭਾਰਤੀ ਸ਼ਾਸਨ ਅਧਿਨਿਯਮ 1935 ਬਾਰੇ ਡਿਟੇਲ ਵਿੱਚ ਦੱਸਿਆ ਸੀ। ਮੈਂ ਤੁਹਾਨੂੰ ਕੀ ਦੱਸਿਆ ਸੀ ਕਿ ਜਿਹੜਾ ਇਹ ਆਪਣਾ ਸੰਵਿਧਾਨ ਬਣਿਆ ਹੈ ਇਸ ਦਾ ਲਗਭਗ 60% ਹਿੱਸਾ ਇਸੇ ਅਧਿਨਿਯਮ ਦੇ ਤਹਿਤ ਲਿਆ ਗਿਆ ਹੈ। ਮਤਲਬ ਕਿ ਇਹ ਜਿਹੜਾ ਅਧਿਨਿਯਮ ਹੈ ਇਹ ਅੰਗਰੇਜ਼ ਹੀ ਲੈ ਕੇ ਆਏ ਸੀ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ। ਜਿਹੜਾ ਇਹ ਆਪਣਾ ਸੰਵਿਧਾਨ ਬਣਿਆ ਸੀ ਤਾਂ ਭਾਰਤੀ ਸੰਵਿਧਾਨ ਦੇ ਟੋਟਲ 395 ਅਨੁਛੇਦਾਂ ਦੇ ਵਿੱਚੋਂ 250 ਅਨੁਛੇਦ ਇਸੀ ਭਾਰਤੀ ਸ਼ਾਸਨ ਅਧਿਨਿਯਮ 1935 ਵਿੱਚੋਂ ਲਏ ਗਏ ਸੀ। ਇਸ ਲਈ ਇਸ ਅਧਿਨਿਯਮ ਦਾ ਇੰਪੋਰਟੈਂਸ ਬਹੁਤ ਜ਼ਿਆਦਾ ਹੈ ਆਪਣੇ ਭਾਰਤੀ ਸੰਵਿਧਾਨ ਦੇ ਲਈ। ਠੀਕ ਹੈ ਦੋਸਤੋ, ਇਸ ਲਈ ਤੁਸੀਂ ਇਹ ਚੰਗੀ ਤਰ੍ਹਾਂ ਯਾਦ ਰੱਖਿਓ। ਇਸ ਲਈ ਜੇਕਰ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਵੇ ਕਿ ਭਾਰਤੀ ਸੰਵਿਧਾਨ ਸਭ ਤੋਂ ਮਹੱਤਵਪੂਰਨ ਭਾਗ ਅਤੇ ਸਭ ਤੋਂ ਜ਼ਿਆਦਾ ਭਾਗ ਕਿਸ ਅਧਿਨਿਯਮ ਤੋਂ ਲਿਆ ਗਿਆ ਹੈ ਤਾਂ ਤੁਹਾਡਾ ਆਨਸਰ ਕੀ ਰਹੇਗਾ? ਤਾਂ ਤੁਸੀਂ ਇਹ ਯਾਦ ਰੱਖਿਓ, ਇਹ ਭਾਰਤੀ ਸ਼ਾਸਨ ਅਧਿਨਿਯਮ 1935 ਤੋਂ ਲਿਆ ਗਿਆ ਹੈ। ਠੀਕ ਹੈ। ਤਾਂ ਦੋਸਤੋ, ਹੁਣ ਆਪਾਂ ਵਿਦੇਸ਼ੀ ਸਰੋਤ ਵੀ ਦੇਖ ਲੈਂਦੇ ਹਾਂ। ਇਹ ਕਿੱਥੋਂ ਲਏ ਗਏ ਨੇ। ਜਿਵੇਂ ਇਹ ਅਮਰੀਕਾ ਤੋਂ, ਬ੍ਰਿਟੇਨ ਤੋਂ, ਆਇਰਲੈਂਡ, ਜਰਮਨੀ, ਕੈਨੇਡਾ, ਦੱਖਣੀ ਅਫਰੀਕਾ, ਰੂਸ ਐਂਡ ਜਾਪਾਨ। ਠੀਕ ਹੈ। ਇਹਨਾਂ ਨੂੰ ਆਪਾਂ ਇੱਕ ਕਰਕੇ ਡਿਟੇਲ ਦੇ ਵਿੱਚ ਪੜ੍ਹਾਂਗੇ। ਇਹ ਸਾਰੇ ਵਿਦੇਸ਼ੀ ਸਰੋਤ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ, ਇਸ ਲਈ ਇਹ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਿਓ। ਠੀਕ ਹੈ। ਤਾਂ ਚਲੋ ਅੱਗੇ ਦੇਖਦੇ ਹਾਂ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਵਿੱਚ ਕਾਫੀ ਵਿਦੇਸ਼ੀ ਸਰੋਤ ਨੇ, ਮਤਲਬ ਕਿ ਆਪਾਂ ਨੇ ਕਈ ਦੇਸ਼ਾਂ ਦੇ ਸੰਵਿਧਾਨ ਤੋਂ ਇਹ ਕਾਨੂੰਨ ਲਏ ਨੇ। ਠੀਕ ਹੈ। ਇਸ ਲਈ ਕਈ ਲੋਕਾਂ ਨੇ ਇਸ ਉੱਤੇ ਇਤਰਾਜ਼ ਵੀ ਜਤਾਇਆ ਸੀ ਅਤੇ ਕਿਹਾ ਸੀ ਕਿ ਜਿਹੜਾ ਇਹ ਭਾਰਤ ਹੈ ਇਹ ਵਿਦੇਸ਼ੀ ਫਲਾਂ ਦੀ ਟੋਕਰੀ ਹੈ, ਅਤੇ ਕਈਆਂ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ਇਹ ਵਿਦੇਸ਼ਾਂ ਤੋਂ ਲਿਆ ਗਿਆ ਉਦਾਰ ਸੰਵਿਧਾਨ ਹੈ। ਤਾਂ ਇਸ ਉੱਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ ਕੀ ਕਿਹਾ? ਤਾਂ ਭੀਮ ਰਾਓ ਅੰਬੇਦਕਰ ਨੇ ਕਿਹਾ ਸੀ ਕਿ ਸੰਵਿਧਾਨ ਹੈ ਜਿਹੜਾ ਸੰਵਿਧਾਨ ਦੇ ਮੂਲ ਵਿਚਾਰਾਂ ਉੱਤੇ ਕਿਸੇ ਦੇਸ਼ ਦਾ ਪੈਟੈਂਟ ਨਹੀਂ ਹੈ, ਇਹਨਾਂ ਵਿੱਚੋਂ ਚੰਗੇ ਵਿਚਾਰਾਂ ਨੂੰ ਲਿਆ ਜਾ ਸਕਦਾ ਹੈ। ਠੀਕ ਹੈ। ਇਹ ਜਿਹੜਾ ਕਥਨ ਆ ਜਿਹੜਾ ਐਗਜ਼ਾਮ ਦੇ ਵਿੱਚ ਵੀ ਕਈ ਵਾਰ ਪੁੱਛਿਆ ਜਾ ਚੁੱਕਿਆ। ਇਹ ਕਥਨ ਹੈ ਜਿਹੜਾ ਕਿਸ ਨੇ ਕਿਹਾ ਸੀ? ਤਾਂ ਇਹ ਤੁਸੀਂ ਯਾਦ ਰੱਖਿਓ ਕਿ ਇਹ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਕਿਹਾ ਸੀ। ਕੀ ਕਿਹਾ ਸੀ? ਕਿ ਜਿਹੜਾ ਆਪਣਾ ਸੰਵਿਧਾਨ ਇਹ ਕਿਸੇ ਦੇਸ਼ ਦਾ ਕਿਸੇ ਸੰਵਿਧਾਨ ਦੇ ਮੂਲ ਵਿਚਾਰਾਂ ਕਿਸੇ ਦੇਸ਼ ਦਾ ਪੈਟੈਂਟ ਨਹੀਂ ਹੈ, ਇਹਨਾਂ ਵਿੱਚੋਂ ਸਿਰਫ ਚੰਗੇ ਵਿਚਾਰਾਂ ਨੂੰ ਲਿਆ ਜਾ ਸਕਦਾ ਹੈ। ਠੀਕ ਹੈ। ਇਹ ਤੁਸੀਂ ਯਾਦ ਰੱਖਿਓ। ਕਿਸ ਨੇ ਕਿਹਾ ਸੀ? ਤਾਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ। ਠੀਕ ਹੈ। ਅਤੇ ਹੁਣ ਆਪਾਂ ਪੜ੍ਹਦੇ ਹਾਂ ਭਾਰਤੀ ਸੰਵਿਧਾਨ ਦੇ ਵਿਦੇਸ਼ੀ ਸਰੋਤ। ਠੀਕ ਹੈ। ਕਿਉਂਕਿ ਇਹ ਇੰਪੋਰਟੈਂਟ ਨੇ ਅਤੇ ਐਗਜ਼ਾਮ ਦੇ ਵਿੱਚ ਇਹੀ ਪ੍ਰਸ਼ਨ ਵਾਰ ਪੁੱਛੇ ਜਾਂਦੇ ਨੇ। ਠੀਕ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਬ੍ਰਿਟੇਨ। ਠੀਕ ਹੈ। ਕਿ ਆਪਾਂ ਨੇ ਬ੍ਰਿਟੇਨ ਤੋਂ ਕੀ ਕੁਝ ਲਿਆ ਹੈ। ਤਾਂ ਸੰਸਦੀ ਪ੍ਰਣਾਲੀ ਅਤੇ ਏਕਲ ਨਾਗਰਿਕਤਾ, ਇਹ ਦੋਨੋਂ ਪੁੱਛੇ ਜਾਂਦੇ ਨੇ ਕਿ ਜਿਹੜੀ ਇਹ ਸੰਸਦੀ ਪ੍ਰਣਾਲੀ ਅਤੇ ਏਕਲ ਨਾਗਰਿਕਤਾ ਹੈ ਉਹ ਬ੍ਰਿਟੇਨ ਤੋਂ ਲਈ ਗਈ ਹੈ। ਠੀਕ ਹੈ। ਹੁਣ ਇਸ ਨੂੰ ਆਪਾਂ ਯਾਦ ਕਿਵੇਂ ਕਰਾਂਗੇ? ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬ੍ਰਿਟੇਨ ਨੇ ਆਪਣੇ ਉੱਤੇ ਕਾਫੀ ਸਮੇਂ ਤੱਕ ਰਾਜ ਕੀਤਾ ਸੀ, ਤਾਂ ਆਪਾਂ ਨੇ ਕੀ ਕੀਤਾ? ਤਾਂ ਆਪਾਂ ਨੇ ਜਿਹੜੀ ਆਪਣੀ ਸੰਸਦੀ ਪ੍ਰਣਾਲੀ ਆਪਾਂ ਨੇ ਉਹਨਾਂ ਤੋਂ ਹੀ ਉਠਾ ਲਈ।
ਠੀਕ ਹੈ। ਕੀ ਕੀਤਾ, ਸੰਸਦੀ ਪ੍ਰਣਾਲੀ ਜਿਹੜੀ ਆਪਾਂ ਨੇ ਉਹ ਬ੍ਰਿਟੇਨ ਤੋਂ ਹੀ ਉਠਾ ਲਈ, ਠੀਕ ਹੈ। ਅਤੇ ਜਿਹੜੀ एकल ਨਾਗਰਿਕਤਾ ਹੈ ਇਹ ਵੀ ਆਪਾਂ ਨੇ ਬ੍ਰਿਟੇਨ ਤੋਂ ਲਈ ਹੈ। ਤਾਂ एकल ਨਾਗਰਿਕਤਾ ਕੀ ਹੁੰਦੀ ਹੈ? ਭਾਰਤ ਵਿੱਚ ਜਿਹੜਾ ਇਹ एकल ਨਾਗਰਿਕਤਾ ਦਾ ਕਨਸੈਪਟ ਹੈ ਇਹ ਬ੍ਰਿਟੇਨ ਤੋਂ ਲਿਆ ਗਿਆ ਹੈ। ਜਿਵੇਂ ਕਿ ਅਮਰੀਕਾ ਦੇ ਵਿੱਚ ਦੋਹਰੀ ਨਾਗਰਿਕਤਾ ਦਾ ਕਨਸੈਪਟ ਹੈ। ਅਮਰੀਕਾ ਦੇ ਵਿੱਚ 50 ਰਾਜ ਨੇ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਤੌਰ 'ਤੇ ਦੱਸ ਰਿਹਾ ਕਿ ਜੇਕਰ ਕੋਈ ਵਿਅਕਤੀ ਹੈ ਜਿਹੜਾ ਉਹ ਕੈਲੀਫੋਰਨੀਆ ਵਿੱਚ ਰਹਿੰਦਾ ਹੈ ਤਾਂ ਉਸ ਨੂੰ ਉੱਥੋਂ ਦੀ ਵੀ ਨਾਗਰਿਕਤਾ ਲੈਣੀ ਪਵੇਗੀ ਅਤੇ ਅਮਰੀਕਾ ਦੀ ਨਾਗਰਿਕਤਾ ਵੀ ਲੈਣੀ ਪਵੇਗੀ, ਠੀਕ ਹੈ। ਜੇਕਰ ਤੁਹਾਨੂੰ ਥੋੜ੍ਹਾ ਜਿਹਾ ਹੋਰ ਚੰਗੇ ਤਰੀਕੇ ਨਾਲ ਸਮਝਾਵਾਂ, ਜਿਵੇਂ ਕਿ ਹੁਣ ਤਾਂ 370 ਦੀ ਧਾਰਾ ਜੰਮੂ ਕਸ਼ਮੀਰ ਤੋਂ ਜਿਹੜੀ 370 ਦੀ ਧਾਰਾ ਹਟ ਗਈ। ਕੁਝ ਸਮੇਂ ਪਹਿਲਾਂ ਜੰਮੂ ਕਸ਼ਮੀਰ ਵਿੱਚ ਇਵੇਂ ਹੀ ਸੀ। ਜੇਕਰ ਕੋਈ ਜੰਮੂ ਕਸ਼ਮੀਰ ਵਿੱਚ ਰਹਿੰਦਾ ਸੀ ਤਾਂ ਉਸ ਨੂੰ ਪਹਿਲਾਂ ਜੰਮੂ ਕਸ਼ਮੀਰ ਦੀ ਨਾਗਰਿਕਤਾ ਲੈਣੀ ਪੈਂਦੀ ਸੀ ਅਤੇ ਭਾਰਤ ਦੀ ਵੀ ਨਾਗਰਿਕਤਾ ਲੈਣੀ ਪੈਂਦੀ ਸੀ, ਠੀਕ ਹੈ। ਇਹ ਦੋਹਰੀ ਨਾਗਰਿਕਤਾ ਸੀ, ਠੀਕ ਹੈ। ਇਹ ਭਾਰਤ ਦੇ ਕਿਸੇ ਵੀ ਰਾਜ ਵਿੱਚ ਨਹੀਂ ਸੀ, ਸਿਰਫ ਜੰਮੂ ਕਸ਼ਮੀਰ ਵਿੱਚ ਸੀ, ਠੀਕ ਹੈ। ਉਹ ਵੀ ਧਾਰਾ 370 ਦੇ ਕਾਰਨ, ਠੀਕ ਹੈ। ਬਟ ਹੁਣ ਜੰਮੂ ਕਸ਼ਮੀਰ 'ਚ ਧਾਰਾ 370 ਹਟ ਗਈ, ਠੀਕ ਹੈ। ਹੁਣ ਇਸ ਦੇ ਕਾਰਨ ਜਿਹੜੇ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਹੁਣ एकल ਨਾਗਰਿਕਤਾ ਦਾ ਹੀ ਕਨਸੈਪਟ ਹੈ। ਇਸ ਲਈ ਇਸ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਰੱਖਿਓ। ਇਹ ਬਹੁਤ ਵਾਰੀ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਭਾਰਤ ਨੇ एकल ਨਾਗਰਿਕਤਾ ਦਾ ਕਨਸੈਪਟ ਜਿਹੜਾ ਉਹ ਕਿਸ ਦੇਸ਼ ਤੋਂ ਲਿਆ ਗਿਆ ਹੈ? ਤਾਂ ਇਹ ਬ੍ਰਿਟੇਨ ਦੇਸ਼ ਤੋਂ ਲਿਆ ਗਿਆ ਹੈ, ਠੀਕ ਹੈ ਦੋਸਤੋ। ਨੈਕਸਟ ਆਪਾਂ ਦੇਖਦੇ ਹਾਂ ਸੰਯੁਕਤ ਰਾਜ ਅਮਰੀਕਾ, ਠੀਕ ਹੈ। ਪਹਿਲਾਂ ਆਪਾਂ ਇਹਨਾਂ ਚਾਰਾਂ ਨੂੰ ਪੜ੍ਹ ਲੈਂਦੇ ਹਾਂ, ਇਸ ਤੋਂ ਬਾਅਦ ਇਹਨਾਂ ਨੂੰ ਕਿਸ ਤਰੀਕੇ ਨਾਲ ਯਾਦ ਕਰਨਾ ਹੈ ਇਹ ਤੁਹਾਨੂੰ ਦੱਸਾਂਗਾ, ਠੀਕ ਹੈ। ਤਾਂ ਸੰਯੁਕਤ ਰਾਜ ਅਮਰੀਕਾ ਤੋਂ ਆਪਾਂ ਨੇ ਮੌਲਿਕ ਅਧਿਕਾਰ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਅਤੇ ਨਿਆਂਇਆਂ ਦੀ ਵਿਵਸਥਾ, ਠੀਕ ਹੈ। ਇਹ ਚਾਰੇ ਚੀਜ਼ਾਂ ਆਪਾਂ ਨੇ ਸੰਯੁਕਤ ਰਾਜ ਅਮਰੀਕਾ ਤੋਂ ਲਈਆਂ ਨੇ। ਹੁਣ ਇਹਨਾਂ ਨੂੰ ਆਪਾਂ ਯਾਦ ਕਿਵੇਂ ਕਰਾਂਗੇ? ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜਿਹੜਾ ਇਹ ਸੰਯੁਕਤ ਰਾਜ ਅਮਰੀਕਾ ਦੇਸ਼ ਹੈ ਇਹ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤਾਂਤਰਿਕ ਦੇਸ਼ ਹੈ। ਜੇਕਰ ਗੱਲ ਕੀਤੀ ਜਾਵੇ ਦੁਨੀਆ ਦੇ ਸਭ ਤੋਂ ਵੱਡੇ ਲੋਕਤਾਂਤਰਿਕ ਦੇਸ਼ ਦੀ ਤਾਂ ਉਹ ਕਿਹੜਾ ਹੈ? ਤਾਂ ਉਹ ਭਾਰਤ ਦੇਸ਼ ਹੈ, ਠੀਕ ਹੈ। ਤਾਂ ਦੁਨੀਆ ਦਾ ਸਭ ਤੋਂ ਪੁਰਾਣਾ ਲੋਕਤਾਂਤਰਿਕ ਦੇਸ਼ ਕਿਹੜਾ ਹੈ? ਤਾਂ ਉਹ ਸੰਯੁਕਤ ਰਾਜ ਅਮਰੀਕਾ ਹੈ। ਅਤੇ ਉੱਥੋਂ ਦੇ ਜਿਹੜੇ ਲੋਕ ਨੇ ਉਹ ਆਪਣੇ ਅਧਿਕਾਰਾਂ ਦੇ ਲਈ ਲੜ ਪੈਂਦੇ ਨੇ, ਠੀਕ ਹੈ। ਇਸ ਲਈ ਤੁਹਾਨੂੰ ਯਾਦ ਰੱਖਣਾ ਹੈ ਕਿ ਜਿਹੜੇ ਮੌਲਿਕ ਅਧਿਕਾਰ ਨੇ ਉਹ ਸੰਯੁਕਤ ਰਾਜ ਅਮਰੀਕਾ ਤੋਂ ਲਏ ਗਏ ਨੇ, ਠੀਕ ਹੈ। ਮੌਲਿਕ ਅਧਿਕਾਰ, ਠੀਕ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਜਿਹੜਾ ਸੰਯੁਕਤ ਰਾਜ ਅਮਰੀਕਾ ਸਭ ਤੋਂ ਪਾਵਰਫੁੱਲ ਕੰਟਰੀ ਹੈ, ਸ਼ਕਤੀਸ਼ਾਲੀ ਦੇਸ਼ ਹੈ, ਠੀਕ ਹੈ। ਇਸ ਲਈ ਆਪਾਂ ਨੇ ਜਿਹੜੀ ਪਾਵਰ ਵਾਲੀ ਚੀਜ਼ਾਂ ਨੇ ਆਪਾਂ ਨੇ ਇੱਥੋਂ ਹੀ ਉਠਾ ਲਈਆਂ, ਜਿਵੇਂ ਕਿ ਰਾਸ਼ਟਰਪਤੀ ਦਾ ਕਨਸੈਪਟ ਹੋ ਗਿਆ, ਉਪ ਰਾਸ਼ਟਰਪਤੀ ਦਾ ਕਨਸੈਪਟ ਹੋ ਗਿਆ ਅਤੇ ਨਿਆਂਇਆਂ ਦੀ ਵਿਵਸਥਾ ਦਾ ਕਨਸੈਪਟ ਹੋ ਗਿਆ। ਇਸ ਲਈ ਆਪਾਂ ਨੇ ਪਾਵਰ ਵਾਲੀਆਂ ਸਾਰੀਆਂ ਚੀਜ਼ਾਂ ਸੰਯੁਕਤ ਰਾਜ ਅਮਰੀਕਾ ਤੋਂ ਲਈਆਂ ਨੇ, ਠੀਕ ਹੈ। ਇਹ ਇੱਕ ਯਾਦ ਕਰਨ ਵਾਲੀ ਟ੍ਰਿਕ ਹੋਗੀ ਜਿਸ ਨਾਲ ਤੁਸੀਂ ਆਸਾਨੀ ਨਾਲ ਇਹਨਾਂ ਚੀਜ਼ਾਂ ਨੂੰ ਯਾਦ ਰੱਖ ਸਕੋਗੇ, ਠੀਕ ਹੈ। ਅੱਗੇ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ ਆਪਾਂ ਨੇ ਆਇਰਲੈਂਡ ਤੋਂ ਕੀ ਕੁਝ ਲਿਆ ਹੈ, ਠੀਕ ਹੈ। ਇਹ ਜਿਹੜਾ ਪਹਿਲਾਂ ਵਾਲਾ ਅਧਿਕਾਰ ਹੈ ਇਹ ਲਗਭਗ ਹਰ ਇੱਕ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ, ਠੀਕ ਹੈ। ਇਸ ਲਈ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਰੱਖ ਲਿਓ ਕਿ ਜਿਹੜਾ ਰਾਜ ਦੇ ਨੀਤੀ ਨਿਰਦੇਸ਼ਕ ਤੱਤ ਨੇ ਉਹ ਦੇਸ਼ ਦੇ ਕਿਹੜੇ ਸੰਵਿਧਾਨ ਤੋਂ ਲਏ ਗਏ ਨੇ? ਤਾਂ ਇਹ ਤੁਸੀਂ ਯਾਦ ਰੱਖਣਾ ਹੈ ਕਿ ਇਹ ਆਇਰਲੈਂਡ ਤੋਂ ਲਏ ਗਏ ਨੇ ਰਾਜ ਦੇ ਨੀਤੀ ਨਿਰਦੇਸ਼ਕ ਤੱਤ, ਠੀਕ ਹੈ। ਅਤੇ ਜਿਹੜਾ ਦੂਸਰਾ ਰਾਜ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਮੈਂਬਰਾਂ ਦਾ ਨਾਮਾਂਕਰਨ, ਤਾਂ ਇਹ ਕਨਸੈਪਟ ਵੀ ਆਪਾਂ ਨੇ ਆਇਰਲੈਂਡ ਤੋਂ ਲਿਆ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਰਾਜ ਸਭਾ ਵਿੱਚ ਰਾਸ਼ਟਰਪਤੀ ਦੁਆਰਾ ਜਿਹੜੇ ਮੈਂਬਰਾਂ ਨੂੰ ਨਾਮਾਂਕਿਤ ਕੀਤਾ ਜਾਂਦਾ ਹੈ ਉਹਨਾਂ ਦੀ ਸੰਖਿਆ ਕਿੰਨੀ ਹੈ? ਤਾਂ ਜਿਹੜੀ ਉਹਨਾਂ ਦੀ ਸੰਖਿਆ ਉਹ 12 ਹੁੰਦੀ ਹੈ, ਠੀਕ ਹੈ। 12 ਮੈਂਬਰਾਂ ਨੂੰ ਰਾਸ਼ਟਰਪਤੀ ਦੁਆਰਾ ਰਾਜ ਸਭਾ ਵਿੱਚ ਚੁਣਿਆ ਜਾਂਦਾ ਹੈ। ਬਾਕੀ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬਾਕੀ ਮੈਂਬਰ ਨੇ ਉਹ ਇੰਟਰਨਲ ਵੋਟਿੰਗ ਨਾਲ ਹੀ ਚੁਣੇ ਜਾਂਦੇ ਨੇ। ਬਾਕੀ ਦੇ ਜਿਹੜੇ 12 ਮੈਂਬਰ ਨੇ ਉਹ ਰਾਸ਼ਟਰਪਤੀ ਦੁਆਰਾ ਚੁਣੇ ਜਾਂਦੇ ਨੇ। ਜਿਵੇਂ ਕਲਾ ਦੇ ਖੇਤਰ ਵਿੱਚ ਹੋ ਗਿਆ, ਵਿਗਿਆਨ ਦੇ ਖੇਤਰ ਵਿੱਚ ਹੋ ਗਿਆ ਜਾਂ ਸਾਹਿਤ ਦੇ ਖੇਤਰ ਵਿੱਚ ਹੋ ਗਿਆ। ਇਹ ਜਿਹੜਾ ਕਨਸੈਪਟ ਇਹ ਭਾਰਤ ਦੇ ਸੰਵਿਧਾਨ ਵਿੱਚ ਇਸ ਲਈ ਲਿਆਂਦਾ ਗਿਆ ਸੀ ਕਿ ਜਿਹੜੀ ਆਪਣੀ ਇੰਟਰਨਲ ਵੋਟਿੰਗ ਹੁੰਦੀ ਹੈ ਉਸ ਨਾਲ ਸਿਰਫ ਰਾਜਨੇਤਾ ਹੀ ਚੁਣੇ ਜਾਂਦੇ ਸੀ, ਬਟ ਬਾਕੀ ਲੋਕਾਂ ਨੂੰ ਵੀ ਇਸ ਦਾ ਮੌਕਾ ਮਿਲਣਾ ਚਾਹੀਦਾ ਸੀ ਜਿਨ੍ਹਾਂ ਨੇ ਦੇਸ਼ ਲਈ ਕੁਝ ਚੰਗੇ ਕੰਮ ਕੀਤੇ ਨੇ, ਠੀਕ ਹੈ। ਚਾਹੇ ਉਹ ਸਾਹਿਤ ਦੇ ਕਲਾ ਵਿੱਚ ਲਾ ਲਿਓ, ਵਿਗਿਆਨ ਦੇ ਖੇਤਰ ਵਿੱਚ ਲਾ ਲਿਓ ਜਾਂ ਕਲਾ ਦੇ ਖੇਤਰ ਵਿੱਚ, ਠੀਕ ਹੈ। ਉਹ ਵੀ ਇਸ ਵਿੱਚ ਸ਼ਾਮਿਲ ਹੋ ਸਕਣ, ਇਸ ਲਈ ਰਾਸ਼ਟਰਪਤੀ ਦੁਆਰਾ ਉਹਨਾਂ ਦਾ ਨਾਮਾਂਕਨ ਕੀਤਾ ਜਾਂਦਾ ਹੈ, ਠੀਕ ਹੈ ਦੋਸਤੋ। ਅੱਗੇ ਨੈਕਸਟ ਆਪਾਂ ਦੇਖਦੇ ਹਾਂ ਜਰਮਨੀ, ਠੀਕ ਹੈ। ਜਰਮਨੀ ਤੋਂ ਆਪਾਂ ਨੇ ਕੀ ਕਨਸੈਪਟ ਉਠਾਇਆ ਹੈ? ਤਾਂ ਆਪਾਤਕਾਲ ਦਾ ਸਿਧਾਂਤ। ਇਹ ਆਪਾਂ ਨੇ ਜਰਮਨੀ ਤੋਂ ਲਿਆ ਹੈ। ਇਸ ਨੂੰ ਆਪਾਂ ਕਿਵੇਂ ਯਾਦ ਰੱਖਾਂਗੇ? ਆਪਾਂ ਜਦੋਂ ਵੀ ਜਰਮਨੀ ਦੇ ਬਾਰੇ ਵਿੱਚ ਪੜ੍ਹਦੇ ਹਾਂ ਤਾਂ ਆਪਣੇ ਦਿਮਾਗ ਦੇ ਵਿੱਚ ਇੱਕੋ ਗੱਲ ਆਉਂਦੀ ਹੈ, ਹਿਟਲਰ ਦੇ ਬਾਰੇ ਵਿੱਚ, ਠੀਕ ਹੈ। ਤਾਂ ਹਿਟਲਰ ਦਾ ਤਾਂ ਤੁਹਾਨੂੰ ਪਤਾ ਹੀ ਹੈ ਉਹ ਇੱਕ ਤਾਨਾਸ਼ਾਹ ਸੀ। ਤਾਂ ਜਦੋਂ ਹਿਟਲਰ ਨੇ ਜਰਮਨੀ ਉੱਤੇ ਕਬਜ਼ਾ ਕੀਤਾ ਸੀ ਤਾਂ ਉਸ ਸਮੇਂ ਉੱਥੇ ਕੋਈ ਲੋਕਤੰਤਰ ਨਹੀਂ ਸੀ, ਮਤਲਬ ਕਿ ਉਸ ਸਮੇਂ ਜਰਮਨੀ ਵਿੱਚ ਐਮਰਜੈਂਸੀ ਦੇ ਹਾਲਾਤ ਸੀ। ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਆਪਾਤਕਾਲ ਦੀ ਸਥਿਤੀ ਪੈਦਾ ਹੋ ਗਈ ਸੀ, ਠੀਕ ਹੈ ਦੋਸਤੋ। ਕਿਉਂਕਿ ਉੱਥੇ ਕੋਈ ਲੋਕਤੰਤਰ ਦੀ ਸਰਕਾਰ ਨਹੀਂ ਸੀ ਤਾਂ ਲੋਕ ਆਪਣੀ ਆਵਾਜ਼ ਨਹੀਂ ਉਠਾ ਸਕਦੇ ਸੀ, ਠੀਕ ਹੈ। ਪੂਰੇ ਆਪਾਤਕਾਲ ਦੇ ਹਾਲਾਤ ਪੈਦਾ ਹੋ ਗਏ ਸੀ। ਤਾਂ ਇਸ ਤਰ੍ਹਾਂ ਤੁਸੀਂ ਆਪਾਤਕਾਲ ਦੇ ਨਾਮ ਤੋਂ ਜਰਮਨੀ ਨੂੰ ਨਹੀਂ ਭੁੱਲੋਗੇ, ਠੀਕ ਹੈ। ਤਾਂ ਇਸ ਤਰ੍ਹਾਂ ਜਿਹੜਾ ਆਪਣਾ ਆਪਾਤਕਾਲ ਦਾ ਸਿਧਾਂਤ ਸੀ ਉਹ ਕਿਹੜੇ ਦੇਸ਼ ਤੋਂ ਲਿਆ ਗਿਆ ਸੀ? ਤਾਂ ਉਹ ਜਰਮਨੀ ਤੋਂ ਲਿਆ ਗਿਆ ਸੀ, ਠੀਕ ਹੈ। ਅੱਗੇ ਦੋਸਤੋ ਆਪਾਂ ਨੈਕਸਟ ਦੇਖਦੇ ਹਾਂ ਵਿਧੀ ਦੁਆਰਾ ਸਥਾਪਿਤ ਪ੍ਰਕਿਰਿਆ। ਇਹ ਕਿਹੜੇ ਦੇਸ਼ ਦੇ ਸੰਵਿਧਾਨ ਤੋਂ ਲਈ ਗਈ ਹੈ? ਤਾਂ ਇਹ ਜਾਪਾਨ ਦੇਸ਼ ਤੋਂ ਲਈ ਗਈ ਹੈ, ਠੀਕ ਹੈ। ਇਸ ਤੋਂ ਬਾਅਦ ਨੈਕਸਟ ਦੇਖਦੇ ਹਾਂ
ਦੱਖਣੀ ਅਫਰੀਕਾ ਤੋਂ ਆਪਾਂ ਨੇ ਕਿਹੜੇ ਸੰਵਿਧਾਨ ਲਿਆ ਹੈ? ਤਾਂ ਸੰਵਿਧਾਨ ਸੰਸ਼ੋਧਨ। ਇਹ ਕਾਫੀ ਇੰਪੋਰਟੈਂਟ ਪ੍ਰਸ਼ਨ ਹੈ ਐਗਜ਼ਾਮ ਦੇ ਲਈ, ਠੀਕ ਹੈ। ਇਹ ਐਗਜ਼ਾਮ ਦੇ ਵਿੱਚ ਵੀ ਕਈ ਵਾਰ ਪੁੱਛਿਆ ਜਾ ਚੁੱਕਿਆ ਹੈ, ਠੀਕ ਹੈ। ਤਾਂ ਇਸ ਨੂੰ ਆਪਾਂ ਕਿਸ ਤਰੀਕੇ ਨਾਲ ਯਾਦ ਕਰਾਂਗੇ? ਤਾਂ ਇਸ ਦੀ ਕਹਾਣੀ ਵੀ ਆਪਾਂ ਆਪਣੇ ਤਰੀਕੇ ਨਾਲ ਬਣਾ ਲੈਂਦੇ ਹਾਂ, ਠੀਕ ਹੈ। ਜਿਹੜਾ ਆਪਾਂ ਨੂੰ ਚੰਗੀ ਤਰ੍ਹਾਂ ਇਹ ਕੁਐਸਚਨ ਯਾਦ ਹੋ ਜਾਵੇ, ਠੀਕ ਹੈ। ਆਪਾਂ ਨੇ ਦੇਖੋ ਯੂਰਪ ਤੋਂ ਵੀ ਕੁਝ ਨਾ ਕੁਝ ਲੈ ਲਿਆ, ਠੀਕ ਹੈ। ਅਮਰੀਕਾ ਤੋਂ ਵੀ ਕੁਝ ਨਾ ਕੁਝ ਲੈ ਲਿਆ, ਅਤੇ ਆਪਾਂ ਨੇ ਏਸ਼ੀਆ ਤੋਂ ਵੀ ਕੁਝ ਨਾ ਕੁਝ ਲੈ ਲਿਆ, ਠੀਕ ਹੈ। ਬਟ ਆਪਾਂ ਨੇ ਅਜੇ ਤੱਕ ਅਫਰੀਕਨ ਕੰਟੀਨੈਂਟ ਤੋਂ ਕੁਝ ਵੀ ਨਹੀਂ ਲਿਆ। ਤਾਂ ਦੇਖਿਆ ਜਾਵੇ ਤਾਂ ਅਫਰੀਕਾ ਦਾ ਜਿਹੜਾ ਸਭ ਤੋਂ ਵਿਕਸਿਤ ਦੇਸ਼ ਕਿਹੜਾ ਹੈ? ਤਾਂ ਉਹ ਸਾਊਥ ਅਫਰੀਕਾ, ਠੀਕ ਹੈ, ਦੱਖਣੀ ਅਫਰੀਕਾ। ਤਾਂ ਦੱਖਣੀ ਅਫਰੀਕਾ ਤੋਂ ਆਪਾਂ ਨੇ ਕੀ ਲਿਆ? ਤਾਂ ਉਹ ਸੰਵਿਧਾਨ ਸੰਸ਼ੋਧਨ ਲੈ ਲਿਆ, ਠੀਕ ਹੈ, ਸਭ ਤੋਂ ਇੰਪੋਰਟੈਂਟ ਹੈ, ਠੀਕ ਹੈ। ਤਾਂ ਅੱਗੇ ਨੈਕਸਟ ਦੇਖਦੇ ਹਾਂ ਸਮਵਰਤੀ ਸੂਚੀ ਦਾ ਵਿਭਾਜਨ, ਠੀਕ ਹੈ। ਇਹ ਕਿਹੜੇ ਦੇਸ਼ ਤੋਂ ਲਿਆ ਗਿਆ ਹੈ? ਤਾਂ ਇਹ ਆਸਟ੍ਰੇਲੀਆ ਤੋਂ, ਠੀਕ ਹੈ। ਸਮਵਰਤੀ ਸੂਚੀ ਕੀ ਹੈ? ਇਹ ਤੁਹਾਨੂੰ ਵੀ ਦੱਸ ਦਿੰਦਾ ਕਿ ਸਮਵਰਤੀ ਸੂਚੀ ਵਿੱਚ ਕੁਝ ਵਿਸ਼ੇ ਲਿਖੇ ਹੁੰਦੇ ਨੇ ਜਿਨ੍ਹਾਂ ਉੱਤੇ ਰਾਜ ਅਤੇ ਕੇਂਦਰ ਦੋਨੋਂ ਹੀ ਕਾਨੂੰਨ ਬਣਾ ਸਕਦੇ ਹਨ, ਜਿਵੇਂ ਸਿਹਤ ਜਾਂ ਸਿੱਖਿਆ, ਠੀਕ ਹੈ। ਤਾਂ ਇਸ 'ਤੇ ਰਾਜ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ ਅਤੇ ਕੇਂਦਰ ਸਰਕਾਰ ਵੀ ਕਾਨੂੰਨ ਬਣਾ ਸਕਦੀ ਹੈ। ਤਾਂ ਇਹ ਸਾਰਾ ਕੁਝ ਕਿੱਥੇ ਲਿਖਿਆ ਹੋਇਆ ਹੈ ਕਿ ਇਹ ਕਿਸ 'ਤੇ ਰਾਜ ਸਰਕਾਰ ਕਾਨੂੰਨ ਬਣਾ ਸਕਦੀ ਹੈ ਅਤੇ ਕਿਸ 'ਤੇ ਕੇਂਦਰ ਸਰਕਾਰ ਕਾਨੂੰਨ ਬਣਾ ਸਕਦੀ ਹੈ? ਤਾਂ ਇਹ ਜਿਹੜਾ ਸਾਰਾ ਕੁਝ ਹੈ ਉਹ ਸਮਵਰਤੀ ਸੂਚੀ ਦੇ ਵਿੱਚ ਲਿਖਿਆ ਹੋਇਆ ਹੈ, ਠੀਕ ਹੈ। ਇਹ ਤੁਸੀਂ ਯਾਦ ਰੱਖਿਓ, ਠੀਕ ਹੈ ਦੋਸਤੋ। ਤਾਂ ਆਪਾਂ ਅੱਗੇ ਦੇਖਦੇ ਹਾਂ ਨੈਕਸਟ ਆਪਣੇ ਕੋਲ ਕੀ ਆ ਗਿਆ। ਤਾਂ ਆਪਣੇ ਰੂਸ ਤੋਂ ਆਪਾਂ ਨੇ ਕੀ ਲਿਆ ਹੈ? ਤਾਂ ਰੂਸ ਤੋਂ ਆਪਾਂ ਨੇ ਲਏ ਨੇ ਮੌਲਿਕ ਕਰਤੱਵ, ਠੀਕ ਹੈ। ਜਦੋਂ ਦੇਸ਼ ਦੇ ਸੰਵਿਧਾਨ ਦਾ ਸੰਸ਼ੋਧਨ ਕੀਤਾ ਗਿਆ ਤਾਂ ਉਸ ਸਮੇਂ ਇਹ ਮੌਲਿਕ ਕਰਤੱਵ ਸੰਵਿਧਾਨ ਵਿੱਚ ਐਡ ਕੀਤੇ ਗਏ ਸੀ, ਠੀਕ ਹੈ। ਇਸ ਲਈ ਇਸ ਨੂੰ ਮੈਂ ਐਂਡ 'ਤੇ ਲੈ ਕੇ ਆਇਆ, ਠੀਕ ਹੈ। ਅੱਗੇ ਸਵਰਨ ਸਿੰਘ ਸਮਿਤੀ ਦੀ ਸਿਫਾਰਿਸ਼ 'ਤੇ ਸਾਲ 1976 ਵਿੱਚ 42ਵੇਂ ਸੰਵਿਧਾਨ ਸੰਸ਼ੋਧਨ ਦੁਆਰਾ ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ। ਇਹ ਤਿੰਨੋਂ ਚੀਜ਼ਾਂ ਕਾਫੀ ਇੰਪੋਰਟੈਂਟ ਨੇ। ਜੇਕਰ ਤੁਹਾਡੇ ਤੋਂ ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾਵੇ ਕਿ ਕਿਸ ਸਮਿਤੀ ਦੁਆਰਾ, ਤਾਂ ਸਵਰਨ ਸਿੰਘ ਸਮਿਤੀ ਦੀ ਸਿਫਾਰਿਸ਼ ਦੁਆਰਾ। ਕਿਹੜੇ ਸਾਲ ਵਿੱਚ? 1976 ਵਿੱਚ। ਅਤੇ ਕਿਹੜੇ ਸੰਸ਼ੋਧਨ ਵਿੱਚ? ਤਾਂ 42ਵੇਂ ਸੰਵਿਧਾਨ ਸੰਸ਼ੋਧਨ ਦੁਆਰਾ ਮੌਲਿਕ ਕਰਤੱਵਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕੀਤਾ ਗਿਆ, ਠੀਕ ਹੈ। ਤਾਂ ਇਹ ਕਿਹੜਾ ਕਨਸੈਪਟ ਸੀ? ਆਪਾਂ ਨੇ ਰੂਸ ਤੋਂ ਲਿਆ ਸੀ, ਠੀਕ ਹੈ। ਅਤੇ ਮੌਲਿਕ ਕਰਤੱਵਾਂ ਵਿੱਚ ਕੁਝ ਲਿਖਿਆ ਗਿਆ ਸੀ, ਇਹ ਵੀ ਤੁਹਾਨੂੰ ਦੱਸ ਦਿੰਦਾ ਕਿ ਸੰਵਿਧਾਨ ਦਾ ਪਾਲਣ ਕਰੋ, ਉਸਦੇ ਆਦਰਸ਼, ਸੰਸਥਾਵਾਂ, ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗਾਨ ਦਾ ਆਦਰ ਕਰੋ, ਠੀਕ ਹੈ। ਜਿਹੜੇ ਇਹ ਬਣਿਆ ਸੀ ਅਧਿਕਾਰ, ਇਹ ਜਨਤਾ ਦੇ ਲਈ ਬਣਿਆ ਸੀ, ਠੀਕ ਹੈ। ਕਿ ਤੁਸੀਂ ਹੁਣ ਸੰਵਿਧਾਨ ਦੀ ਪਾਲਣਾ ਕਰੋ, ਉਸਦੇ ਆਦਰਸ਼, ਸੰਸਥਾਵਾਂ, ਰਾਸ਼ਟਰੀ ਝੰਡਾ ਅਤੇ ਰਾਸ਼ਟਰੀ ਗਾਨ ਦਾ ਆਦਰ ਕਰੋ, ਠੀਕ ਹੈ। ਜਿਹੜੀ ਸਰਵਜਨਕ ਸੰਪત્ਤੀ ਉਸ ਨੂੰ ਸੁਰੱਖਿਅਤ ਰੱਖੋ ਅਤੇ ਹਿੰਸਾ ਤੋਂ ਦੂਰ ਰਹੋ, ਠੀਕ ਹੈ। ਭਾਰਤ ਦੀ ਪ੍ਰਭੂ ਸੱਤਾ, ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰੋ, ਠੀਕ ਹੈ ਦੋਸਤੋ। ਤਾਂ ਦੋਸਤੋ ਅੱਜ ਦੀ ਕਲਾਸ ਆਪਣੀ ਇੱਥੇ ਹੀ ਖਤਮ ਹੁੰਦੀ ਹੈ। ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਦਿਓ, ਠੀਕ ਹੈ। ਤਾਂ ਮਿਲਦੇ ਹਾਂ ਦੋਸਤੋ ਆਪਾਂ ਅਗਲੀ ਵੀਡੀਓ ਦੇ ਵਿੱਚ। ਥੈਂਕ ਯੂ ਸੋ ਮੱਚ।